सत श्री अकाल जी। मैं लवप्रीत कौर हाज़र हाँ जी गुरमलकीत सिंह कालों द्वारा लिखी गई कहानी लैके आओ आपां शुरू करते हाँ। शिंदो समय दे उस दौर विच जन्मी जद नूंह दी कुखों कुड़ी जम्मण दा पता लगदियां ही दादे दादियां अपने अंगूठे सवारन लग पैंदे सन। नम जन्मी लई उन्हां दा पहला प्यार ही उसदे गल च अंगूठा हुंदा सी। अमर सिंह दे घर 5 पुत्तां पिछों पैदा हुई शिंदो अलोकारी कुड़ी नहीं सी। ना ही वो अपने नाल दौलत दियां पंडां लैके आई सी, पर उसके जन्म ते अमर सिंह वल्लों कीते पुत्तां वर्गे चावां ने बहुतियां नूं हैरान कीता सी। दाई दे मूहों देवी आ गई सुण के अमर सिंह ने अपनी मां भानों नूं बुल चाड़दे वेख लिया सी। मां दियां त्योड़ियां वेखो बोलिया तां नहीं, पर बुरा जरूर मनाया। धी दा प्यो बनण दे चाह दा वखाला पाउण लई उसने 2 दिन पहलां चढ़वाई भट्ठी दियां पहलियां बोतलां ड्योडी वाले मेज़ ते रख दित्तियां। मामा तो पुत्तां दे मनां विच खड़कदी तार भला गुज्जी थोड़ा हुंदी आ। भानों समझ गई सी कि उसदा अंबा जी 5 डोले लिआउण दे सुपने वेखदा होऊ तां 1 डोला अपने घरों तोरन दी इच्छा ते रखदा ही होना। जच्चा बच्चा दी मुढ़ली साम संभाल तो वेली हो दाई बाहर आई। कुड़ी जम्मण दा हौसला देण लई ਉਹ अमर सिंह ਨੂੰ ਕੁਝ ਕਹਿਣ ਦਾ ਮੌਕਾ ਲੱਭ ਰਹੀ ਸੀ। ਮਾਂ ਤੋਂ ਅੱਖ ਬਚਾ ਕੇ ਅਮਰ ਸਿੰਘ ਨੇ ਦਾਈ ਦੀ ਮੁੱਠੀ ਵਿੱਚ ਵੱਡਾ ਸਾਰਾ ਨੋਟ ਥਮਾਉਂਦੇ ਉੱਚੀ ਆਵਾਜ਼ ਵਿੱਚ ਕਿਹਾ, ਚਾਚੀ ਸਾਮ ਵੱਲੋਂ ਕਸਰ ਨਾ ਰਹੇ। ਉਸਨੇ ਕਿਹਾ ਧੀ ਨੂੰ, ਪਰ ਸਮਝਾਵਾਂ ਨੂੰ ਵਾਲਾ ਫਾਰਮੂਲਾ ਵਰਤਿਆ ਸੀ। ਅਸਲ ਵਿੱਚ ਉਸਨੇ ਉੱਚੀ ਆਵਾਜ਼ ਨਾਲ ਅੰਦਰ ਪਈ ਪਤਨੀ ਨਾਲ ਵੀ ਆਪਣਾ ਮਨ ਫਰੋਲ ਲਿਆ ਸੀ ਤੇ ਆਪਣੀ ਮਾਂ ਨੂੰ ਵੀ ਇਸ਼ਾਰਾ ਕਰ ਦਿੱਤਾ ਸੀ ਕਿ ਐਵੇਂ ਨਾ ਉਹ ਅੰਗੂਠੇ ਬਾਰੇ ਸੋਚੀ ਜਾਏ। ਦੁਪਹਿਰ ਤੱਕ ਅੱਧੇ ਪਿੰਡ ਨੂੰ ਅਮਰ ਸਿੰਘ ਦੀ ਕੁੜੀ ਹੋਣ ਦੀ ਖਬਰ ਪਹੁੰਚ ਗਈ ਸੀ। ਰਿਵਾਜ਼ ਮੁਤਾਬਿਕ ਔਰਤਾਂ ਭਾਨੂ ਕੋਲ ਆਉਣ ਲੱਗੀਆਂ ਤੇ ਵਿਚਵਾਰ ਸ਼ਿੰਦੋ ਦੀ ਮਾਂ ਹਰਨਾਮ ਕੌਰ ਦਾ ਹਾਲ ਪੁੱਛਣ ਅੰਦਰ ਜਾ ਆਉਂਦੀਆਂ। ਸ਼ਿੰਦੋ ਦੀ ਮਾਂ ਨੂੰ ਧੀ ਆਉਣ ਤੇ ਅਮਰ ਸਿੰਘ ਤੋਂ ਵੱਧ ਖੁਸ਼ੀ ਤੇ ਤਸੱਲੀ ਹੋਈ। ਧੀ ਦੇ ਜਨਮ ਨੇ ਉਸ ਨੂੰ ਪ੍ਰਸੂਤੀ ਪੀੜਾਂ ਭੁਲਾ ਦਿੱਤੀਆਂ ਸਨ। ਉਸ ਦਿਨ ਅਮਰ ਸਿੰਘ ਦੇ ਘਰ ਜੇਠੇ ਪੁੱਤ ਦੇ ਜਨਮ ਵਰਗੇ ਜਸ਼ਨ ਮਨਾਏ ਗਏ ਸੀ। ਅਗਲੇ ਦਿਨ ਹੀ ਪਿੰਡ ਵਿੱਚ ਦੰਤ ਕਥਾ ਸੀ ਕਿ ਅੰਬੇ ਨੂੰ ਐਡਾ ਕੀੜਾ ਕਾਰੂ ਦਾ ਖਜ਼ਾਨਾ ਲੱਭ ਗਿਆ। ਰਾਤ ਨੂੰ ਕਈ ਉਸ ਨਾਲ ਪੈਗ ਤਾਂ ਲਾਏ, ਪਰ ਕਿਸੇ ਨੇ ਉਸ ਦਾ ਮਨ ਨਾ ਫਰੋਲਿਆ। ਉਹ ਦੱਸਣਾ ਚਾਹੁੰਦਾ ਸੀ ਕਿ ਜਿਹੋ ਜਿਹੀ ਤਸੱਲੀ ਕਦੇ ਉਸ ਨੂੰ ਕਿਸੇ ਦਾ ਜਵਾਈ ਬਣ ਕੇ ਹੋਈ ਸੀ, ਉਸ ਦੇ ਮਨ 'ਚ ਉਂਝ ਦੀ ਤਸੱਲੀ ਦੀ ਖਾਹਸ਼ ਕਿਸੇ ਨੂੰ ਆਪਣਾ ਜਵਾਈ ਬਣਾਉਣ ਦੀ ਵੀ ਹੈ। ਉੱਤੋਂ ਦਿੱਤੀ ਹੋਏ 5 ਮੁੰਡੇ ਉਸ ਦੀ ਖੁਆਇਸ਼ ਅਗਲੀ ਵਾਰ ਉੱਤੇ ਪਾ ਦਿੰਦੇ ਰਹੇ ਸੀ। 6ਵੀਂ ਵਾਰ ਉਸ ਦੀ ਖੁਆਇਸ਼ ਪੂਰੀ ਹੋ ਗਈ। ਉਸ ਦਾ ਮੰਨਣਾ ਸੀ ਕਿ ਮਾਪਿਆਂ ਨੂੰ ਪੁੱਤਾਂ ਤੋਂ ਵੱਧ ਪਿਆਰ ਧੀਆਂ ਕਰਦੀਆਂ ਨੇ। ਇਸ ਦਾ ਇੱਕ ਸਬੂਤ ਤਾਂ ਉਸ ਦੀਆਂ ਅੱਖਾਂ ਮੂਹਰੇ ਹੀ ਸੀ। ਉਹ 4 ਭਰਾ ਸਨ, ਪਰ ਉਹਨਾਂ ਵਿੱਚੋਂ ਮਾਂ ਪਿਓ ਦਾ ਉਹਨਾਂ ਖਿਆਲ ਕੋਈ ਨਹੀਂ ਸੀ ਰੱਖਦਾ ਜਿੰਨਾ ਉਹਨਾਂ ਦੀਆਂ ਦੋਵੇਂ ਭੈਣਾਂ ਰੱਖਦੀਆਂ ਸੀ। ਛੋਟੇ ਹੁੰਦਿਆਂ ਉਹ ਹਾਣੀਆਂ ਤੋਂ ਕਹਾਵਤ ਸੁਣਦਾ ਆਇਆ ਸੀ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦਰਦ ਵੰਡਾਉਂਦੀਆਂ ਨੇ। ਇਸੇ ਕਰਕੇ ਜੰਮਦੇ ਸਾਰੀ ਧੀ ਦਾ ਨਾਂ ਉਸਨੇ ਸ਼ਿੰਦੋ ਰੱਖ ਲਿਆ ਸੀ। ਦਿਨ ਮਹੀਨੇ ਤੇ ਸਾਲ ਚੜ੍ਹਦੇ ਤੇ ਲੰਘਦੇ ਗਏ। ਸ਼ਿੰਦੋ ਵੱਡੀ ਹੁੰਦੀ ਗਈ। ਭਾਨੂ ਨੇ ਸ਼ਿੰਦੋ ਨੂੰ ਸਕੂਲੇ ਭੇਜਣ ਵਾਲੀ ਅੰਬੇ ਦੀ ਜਿੱਦ ਤੋੜਨ ਲਈ ਆਪਣੀ ਵਾਹ ਲਾ ਲਈ, ਪਰ ਸਫਲ ਨਾ ਹੋਈ। ਉਹ ਨਹੀਂ ਸੀ ਚਾਹੁੰਦੀ ਕਿ 4 ਅੱਖਰ ਸਿੱਖ ਕੇ ਕੱਲ ਨੂੰ ਕੁੜੀ ਉਸ ਨੂੰ ਹੀ ਅੱਖਾਂ ਵਿਖਾਉਣ ਲੱਗ ਜਾਏ। ਆਨੇ ਬਹਾਨੇ ਘਰ ਵਿੱਚ ਉਹ ਇੰਜ ਦੀਆਂ ਗੱਲਾਂ ਸੁਣਾ ਕੇ ਅੰਬੇ ਦੇ ਮੂੰਹੋਂ ਸਕੂਲ ਤੋਂ ਨਾ ਕਢਵਾਉਣਾ ਚਾਹੁੰਦੀ ਸੀ। 7 ਸਾਲਾਂ ਦੀ ਹੋਈ ਸ਼ਿੰਦੋ ਨੂੰ ਇੱਕ ਦਿਨ ਅੰਬਾ ਤੇ ਨਾਮੀ ਸਕੂਲ ਛੱਡ ਗਏ। ਪਿੰਡ ਦਾ ਸਕੂਲ ਧਰਮਸ਼ਾਲਾ ਵਿੱਚ ਲੱਗਦਾ ਸੀ। ਸ਼ਿੰਦੋ ਮਾਸਟਰ ਦੇ ਸਬਕ ਦਾ ਰੱਟਾ ਲਾ ਲੈਂਦੀ ਤੇ ਘਰ ਆ ਕੇ ਸਾਰੇ ਦਾ ਸਾਰਾ ਭਾਪੇ ਨੂੰ ਸੁਣਾਉਂਦੀ। ਅੰਬੇ ਨੂੰ ਧੀ ਦੇ ਮੂੰਹੋਂ ਊੜਾ ਆੜਾ ਸੁਣਨਾ ਚੰਗਾ ਲੱਗਦਾ। ਪਹਿਲੇ ਮਹੀਨੇ ਸ਼ਿੰਦੋ ਨੇ 35 ਅੱਖਰੀ ਬੋਲਣੀ ਤੇ 50 ਤੱਕ ਗਿਣਨਾ ਸਿੱਖ ਲਈ ਸੀ। ਸਕੂਲੇ ਤਾਂ ਸ਼ਿੰਦੋ ਤੋਂ ਵੱਡੇ 3 ਭਰਾ ਵੀ ਜਾਂਦੇ ਸੀ, ਪਰ ਉਹ ਸਾਰਿਆਂ ਤੋਂ ਤੇਜ਼ ਸੀ। 5 ਭਰਾ ਸ਼ਿੰਦੋ ਦਾ ਬੜਾ ਤੇਹ ਕਰਦੇ। ਰੱਖੜੀ ਵਾਲੇ ਦਿਨ ਸਾਰਿਆਂ ਦੀ ਖੁਆਇਸ਼ ਹੁੰਦੀ ਕਿ ਸ਼ਿੰਦੋ ਪਹਿਲੀ ਰੱਖੜੀ ਉਸਦੇ ਗੁੱਟ ਉੱਤੇ ਬੰਨੇ, ਪਰ ਸ਼ਿੰਦੋ ਕਿਸੇ ਭਰਾ ਨਾਲ ਪੂਰਾ ਫਰਕ ਨਾ ਕਰਦੀ। ਮਾਂ ਨਾਲ ਹੱਟੀ ਤੇ ਜਾ ਕੇ ਉਹ ਆਪਣੀ ਪਸੰਦ ਦੀਆਂ 5 ਰੱਖੜੀਆਂ ਇੱਕੋ ਜਿਹੀਆਂ ਲੈ ਕੇ ਆਉਂਦੀ। ਉਦੋਂ ਤੱਕ ਸ਼ਿੰਦੋ ਚੁੱਲ੍ਹੇ ਚੌਂਕੇ ਵਿੱਚ ਮਾਂ ਦਾ ਹੱਥ ਵਡਾਉਣ ਲੱਗ ਪੈਂਦੀ। ਉਸਦੇ ਹੱਥ ਦੀ ਬਣੀ ਚਾਹ ਭਰਾਵਾਂ ਨੂੰ ਸਵਾਦ ਲੱਗਦੀ। ਧੀ ਦੇ ਮੂੰਹੋਂ ਵੀਰ ਸੁਣ ਕੇ ਨਾਮੀ ਨੂੰ ਚੰਗਾ ਲੱਗਦਾ। ਕਿਸੇ ਨੂੰ ਉਹ ਵੱਡਾ ਵੀਰ, ਕਿਸੇ ਨੂੰ ਛੋਟਾ ਤੇ ਕਿਸੇ ਨੂੰ ਭਰਾ ਨੂੰ ਵੀਰ ਦੇ ਮੂਹਰੇ ਉਸ ਦਾ ਨਾਂ ਜੋੜ ਕੇ ਬੁਲਾਉਂਦੀ ਸੀ। 5ਵੀਂ ਤੱਕ ਜਾਂਦੇ ਜਾਂਦੇ ਸ਼ਿੰਦੋ ਨੇ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜਿਕ ਤੇ ਪਰਿਵਾਰਿਕ ਵਿਹਾਰ ਵਾਲੀਆਂ ਕੰਮਾਂ ਦੀਆਂ ਗੱਲਾਂ ਸਿੱਖ ਲਈਆਂ ਸੀ। ਹਰਨਾਮ ਕੌਰ ਉਸ ਨੂੰ ਸਮਝਾਉਂਦੀ
ਧੀਏ, ਆਪਣੇ ਘਰ ਜਾਣ ਤੋਂ ਪਹਿਲਾਂ ਸਾਰਾ ਕੁਝ ਸਿੱਖ ਲੈ। ਮਾਂ ਦੇ ਮੂੰਹੋਂ ਆਪਣੇ ਘਰ ਵਾਲੀ ਗੱਲ ਸ਼ਿੰਦੋ ਦੇ ਮਨ ਨੂੰ ਕੰਡੇ ਵਾਂਗ ਚੁਭਦੀ। ਉਹ ਮੂੰਹੋਂ ਤਾਂ ਕੁਝ ਨਾ ਬੋਲਦੀ, ਪਰ ਸੋਚਣ ਜ਼ਰੂਰ ਲੱਗ ਪੈਂਦੀ। ਆਪਣੇ ਮਨ ਨੂੰ ਸਵਾਲ ਕਰਦੀ, ਜੇ ਇਹ ਮੇਰਾ ਘਰ ਨਹੀਂ ਤਾਂ ਫਿਰ ਸਾਰੇ ਇੰਨਾ ਪਿਆਰ ਕਿਉਂ ਕਰਦੇ ਨੇ? ਸਵਾਲਾਂ ਵਿੱਚ ਘਿਰਿਆ ਉਸ ਦਾ ਮਨ ਕਈ ਉੱਤਰ ਦਿੰਦਾ, ਜਿਨ੍ਹਾਂ 'ਚ ਕੋਈ ਵੀ ਉਸ ਦੀ ਤਸੱਲੀ ਨਾ ਕਰਾਉਂਦਾ। ਸੁੱਖੀ ਸਾਂਦੀ ਆਪਣੇ ਘਰ ਜਾਈ, ਕਹਿੰਦੀ ਮਾਂ ਸ਼ਿੰਦੋ ਨੂੰ ਚੰਗੀ ਨਾ ਲੱਗਦੀ। ਉਸ ਦਾ ਮਨ ਤੜਫਦਾ, ਉਸ ਨੂੰ ਸਮਾਜਿਕ ਵਿਹਾਰ ਘੜਨ ਵਾਲਿਆਂ ਉੱਤੇ ਗੁੱਸਾ ਆਉਣ ਲੱਗਦਾ। ਉਹ ਫਿਰ ਆਪਣੇ ਆਪ ਨੂੰ ਸਵਾਲ ਕਰਦੀ, ਉਹ ਅਕਲ ਤੋਂ ਖੋਖਲੇ ਥੋੜ੍ਹਾ ਹੋਣਗੇ? ਅਗਲੇ ਪਲ ਰੱਬ ਉੱਤੇ ਗੁੱਸਾ ਝਾੜਦਿਆਂ ਉਹ ਕਹਿੰਦੀ, ਇੱਕ ਵਾਰ ਮੇਰੇ ਸਾਹਮਣੇ ਆ ਕੇ ਦੱਸ ਕਿ ਕੁੜੀਆਂ ਦੇ ਜੰਮਦੇ ਸਾਰ ਉਹਨਾਂ ਤੇ ਵਗਾਨੀਆਂ ਦਾ ਲੇਬਲ ਲਾਉਣ ਦਾ ਹੱਕ ਤੂੰ ਸਮਾਜ ਨੂੰ ਕਿਉਂ ਦਿੱਤਾ ਹੋਇਆ? ਫਿਰ ਉਹ ਰੱਬ ਨੂੰ ਮਿਹਣਾ ਦੇਣ ਲੱਗ ਪੈਂਦੀ, ਕੋਈ ਦੂਜਾ ਰੱਬ ਆ ਕੇ ਤੇਰੇ ਘਰ ਇੱਕ ਧੀ ਜ਼ਰੂਰ ਜਮਾਵੇ ਤਾਂ ਤੈਨੂੰ ਪਤਾ ਲੱਗੂ ਕਿ ਧੀਆਂ ਨੂੰ ਆਪਣੇ ਘਰ ਦੀ ਲੋੜ ਹੁੰਦੀ ਆ। ਹਾਈ ਸਕੂਲ ਪਿੰਡੋਂ ਕਾਫੀ ਦੂਰ ਹੋਣ ਕਰਕੇ ਸ਼ਿੰਦੋ ਦੀ ਅਗਲੀ ਪੜ੍ਹਾਈ ਨੂੰ ਬ੍ਰੇਕ ਲੱਗ ਗਈ। ਕੱਦ-ਕਾਠ ਪੱਖੋਂ ਮਾਂ ਪਿਓ ਤੇ ਜਾਣ ਕਰਕੇ ਮਾਪਿਆਂ ਨੂੰ ਉਸ ਦਾ ਵਰ ਲੱਭਣ ਦੇ ਖਿਆਲ ਆਉਣ ਲੱਗ ਪਏ। ਕਿਸੇ ਯਾਰ ਵੇਲੀ ਨਾਲ ਗੱਲ ਕਰਦਿਆਂ ਮਨ ਦੀ ਗੱਲ ਅਮਰ ਸਿੰਘ ਦੀ ਜ਼ੁਬਾਨ ਉੱਤੇ ਜਾ ਜਾਂਦੀ, ਕਿਸੇ ਚੰਗੇ ਘਰ ਦਾ ਮੁੰਡਾ ਨਜ਼ਰੇ ਚੜਿਆ ਤਾਂ ਦੱਸਿਓ ਸਾਡੀ ਸ਼ਿੰਦੋ ਲਈ। ਸੁਣਨ ਵਾਲਾ ਹਾਂ ਕਹਿ ਕੇ ਸਿਰ ਤਾਂ ਹਿਲਾ ਦਿੰਦਾ, ਪਰ ਅਗਲੇ ਪਲ ਸੋਚਣ ਲੱਗ ਪੈਂਦਾ ਕਿ 5 ਭਰਾਵਾਂ ਦੀ ਕੱਲੀ ਭੈਣ ਲਈ ਮੁੰਡਾ ਲੱਭਦਿਆਂ ਇਹਨਾਂ ਦੀ ਅੱਖ ਕਿਸੇ ਖਾਸ ਤੇ ਹੀ ਟਿਕੂ। ਅਗਲੇ 2 ਸਾਲਾਂ 'ਚ ਅਮਰ ਸਿਉ ਨੇ ਵੱਡੇ 2 ਮੁੰਡਿਆਂ ਨੂੰ ਵਿਆਹ ਲਿਆ, ਪਰ ਰਹਿੰਦੇ 3 ਲਈ ਸਾਕ ਲੱਭਣੇ ਔਖੇ ਹੋ ਗਏ। ਉਦੋਂ ਤੱਕ ਸਾਰੇ ਮੁੰਡਿਆਂ ਦੇ ਮਾਪਿਆਂ ਦੀ ਇਹ ਸਾਂਝੀ ਸਮੱਸਿਆ ਹੁੰਦੀ ਸੀ। ਸਰਕਾਰ ਦੇ ਅੰਕੜਿਆਂ ਵਿੱਚ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 700 ਤੋਂ ਵੀ ਘੱਟ ਰਹਿ ਗਈ ਸੀ। ਮੁੰਡਿਆਂ ਦੇ ਛੜੇ ਰਹਿਣ ਮੌਕੇ ਮਾਪਿਆਂ ਨੂੰ ਜੰਮਦੀਆਂ ਕੁੜੀਆਂ ਦੇ ਗਲ ਗੂਠ ਦੇਣ ਵਾਲੀ ਗਲਤੀ ਸਮਝ ਆਉਂਦੀ। ਉਦੋਂ ਉਹ ਹੋਰ ਝਰਦੇ ਵੀ, ਪਰ ਲੰਘਿਆ ਮੌਕਾ ਬਾਅਦ ਵਿੱਚ ਹੱਥ ਨਾ ਲੱਗਦਾ। ਅੰਬਾਂ ਤੇ ਨਾਮੀ ਗੂਠੇ ਦੇ ਪਛਤਾਵੇ ਪੱਖੋਂ ਤਾਂ ਸੁਰਖਰੂ ਸਨ, ਪਰ ਮੁੰਡਿਆਂ ਦੇ ਛੜੇ ਰਹਿ ਜਾਣਾ ਉਹਨਾਂ ਨੂੰ ਬੁਰਾ ਲੱਗਦਾ। ਜ਼ਮੀਨ ਖੁੱਲ੍ਹੀ ਹੋਣ ਕਾਰਨ ਅਮਰ ਸਿਉ ਨੇ ਤੀਜੇ ਮੁੰਡੇ ਦੇ ਰਿਸ਼ਤੇ ਦਾ ਜੁਗਾੜ ਕਰ ਲਿਆ ਤੇ ਬਾਕੀ ਦੋਹਾਂ ਦੇ ਵਿਆਹ ਦੇ ਯਤਨਾਂ ਨੂੰ ਸ਼ਿੰਦੋ ਤੋਂ ਬਾਅਦ ਵੇਖਾਂਗੇ ਤੱਕ ਅੱਗੇ ਪਾ ਲਿਆ। ਇੱਕ ਦਿਨ ਸੁਹਾਣੇ ਪਿੰਡ ਵਾਲੇ ਸਰਦਾਰ ਨੇ ਆਪ ਆ ਕੇ ਅਮਰ ਸਿਉ ਅੱਗੇ ਸ਼ਿੰਦੋ ਦੇ ਰਿਸ਼ਤੇ ਲਈ ਝੋਲੀ ਅੱਡ ਦਿੱਤੀ। ਬੇਸ਼ੱਕ ਦੋਵੇਂ ਜੀ ਮੁੰਡੇ ਦੀਆਂ ਆਦਤਾਂ ਬਾਰੇ ਪਤਾ ਕਰਕੇ ਹੀ ਹਾਂ ਕਰਨਾ ਚਾਹੁੰਦੇ ਸੀ, ਪਰ ਸਰਦਾਰ ਦੀ ਨਿਮਰਤਾ ਮੂਹਰੇ ਉਹਨਾਂ ਨੂੰ ਕੋਈ ਬਹਾਨਾ ਨਾ ਸੁਝਿਆ ਤੇ ਉਸ ਨੂੰ ਹਾਂ ਵਾਲੇ ਨਿੱਘ ਨਾਲ ਘਰੋਂ ਤੋਰਿਆ ਗਿਆ। ਸਰਦਾਰ ਅਮਰੀਕ ਸਿੰਘ ਉਸ ਪਿੰਡੋਂ ਵਾਲੇ ਗਵਾਂਢ ਵਿਆਹੀ ਬਸੰਤ ਕੌਰ ਤੋਂ ਸ਼ਿੰਦੋ ਦੇ ਵਿਆਹ ਤੇ ਆਦਤਾਂ ਬਾਰੇ ਪਤਾ ਤੇ ਤਸੱਲੀ ਕਰਕੇ ਹੀ ਘਰੋਂ ਇਹ ਮੰਗ ਕਰਨ ਤੁਰਿਆ ਸੀ। ਅੰਬਾਂ ਦੇ ਬਾਗ ਤਾਂ ਅਮਰੀਕ ਸਿੰਘ ਨੇ ਠੇਕੇ ਤੇ ਦਿੱਤੇ ਹੋਏ ਸੀ, ਪਰ ਅਗਲੇ ਕੁਝ ਦਿਨ ਮੱਕੀ ਦੀ ਬਿਜਾਈ ਦੇ ਰੁਝੇਵੇਂ ਹੋਣ ਕਾਰਨ ਉਸਨੇ ਛੁਹਾਰੇ ਦੀ ਰਸਮ ਲਈ ਮਹੀਨੇ ਬਾਅਦ ਯਾਨੀ 25 ਭਾਦੋਂ ਦਾ ਦਿਨ ਤੈਅ ਕਰ ਲਿਆ ਤੇ ਵਿਆਹ ਕਣਕ ਦੀ ਬਿਜਾਈ ਤੋਂ ਬਾਅਦ ਮੱਘਰ ਮਹੀਨੇ ਦੇ 5ਵੇਂ ਦਿਨ ਦਾ ਰੱਖ ਲਿਆ। ਅਮਰੀਕ ਸਿੰਘ ਨੂੰ ਕੁੜਮਾਂ ਦੀ ਇਸ ਗੱਲ ਉੱਤੇ ਫਕਰ ਮਹਿਸੂਸ ਹੁੰਦਾ ਕਿ ਉਹਨਾਂ ਉਸ ਨੂੰ ਖਾਲੀ ਨਹੀਂ ਸੀ ਮੋੜਿਆ। ਉਸ ਨੂੰ ਆਪਣੇ ਖਾਨਦਾਨ ਵਿੱਚ ਰਿਸ਼ਤਿਆਂ ਦੇ ਮੁੱਢ ਵੱਜਣ ਮੌਕੇ ਹੋਈਆਂ ਕਈ ਘਟਨਾਵਾਂ ਚੇਤੇ ਆਉਂਦੀਆਂ। ਗੱਲਾਂ-ਗੱਲਾਂ ਵਿੱਚ ਉਹ ਆਪਣੀ ਪਤਨੀ ਨੂੰ ਉਹ ਗੱਲਾਂ ਯਾਦ ਕਰਵਾਉਂਦਾ ਤਾਂ ਦੋਹਾਂ ਦੇ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ। ਫਸਲ ਦੀ ਸਾਂਭ ਤੇ ਵਜਾਈ ਦੇ ਨਾਲ-ਨਾਲ ਉਹਨਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਵੀ ਹੁੰਦੀਆਂ ਰਹੀਆਂ। ਕਿਸ ਰਿਸ਼ਤੇਦਾਰ ਨੂੰ ਆਪ ਜਾ ਕੇ ਕਹਿਣਾ ਜਾਂ ਲਾਗੀ ਦੇ ਹੱਥ ਸੱਦਾ ਭੇਜਣਾ ਬਾਰੇ ਤੈਅ ਕੀਤਾ ਜਾਣ ਲੱਗ ਪਿਆ। ਵਰਾਤੀਆਂ ਦੀ ਗਿਣਤੀ ਕੀਤੀ ਜਾਣ ਲੱਗ ਪਈ। ਖਰਾਬੀ ਕਰਨ ਵਾਲਿਆਂ ਨੂੰ ਕਾਬੂ ਵਿੱਚ ਰੱਖਣ ਦੇ ਢੰਗ ਲੱਭੇ ਜਾਣ ਲੱਗੇ। ਨੂੰਹ ਦੀ ਵਰੀ ਬਾਰੇ ਸਲਾਹਾਂ ਹੋਣ ਲੱਗੀਆਂ ਤੇ ਕਿਹੜੀ ਦੁਕਾਨ ਤੋਂ ਕੀ ਲੈਣਾ ਬਾਰੇ ਸੋਚਿਆ ਜਾਣ ਲੱਗਾ। ਸ਼ਿੰਦੋ ਦੇ ਵਿਆਹ ਤੇ ਪਿਓ ਵੱਲੋਂ ਕੀਤੇ ਚਾਵਾਂ ਉੱਤੇ ਸ਼ਰੀਕੇ ਦੀ ਕੁਸ਼ਰ-ਮੁਸ਼ਰ ਦੇ ਨਾਲ-ਨਾਲ ਅਮਰ ਸਿਉ ਦੀ ਵਿਚਲੀ ਨੂੰਹ ਨੇ ਵੀ ਬਥੇਰੇ ਨੱਕ ਮੂੰਹ ਚੜਾਏ ਸੀ। ਵਿਆਹ ਮੌਕੇ ਇਲਾਕੇ ਦੇ ਕਾਫੀ ਮੂਤਬਰ ਸੱਦੇ ਗਏ ਸੀ। ਜਨ ਦੇ ਸਵਾਗਤ ਅਤੇ ਸੇਵਾ ਵਿੱਚ ਕਸਰ ਨਹੀਂ ਸੀ ਛੱਡੀ ਗਈ। ਅੱਧੀ ਰਾਤ ਤੋਂ ਬਾਅਦ ਤੱਕ ਸਪੀਕਰ ਤੇ ਗਾਣੇ ਵੱਜਦੇ ਰਹੇ, ਪਰ ਪਿੰਡ 'ਚੋਂ ਕੋਈ ਬੰਦਾ ਬੰਦ ਕਰਾਉਣ ਨਾ ਆਇਆ। ਸਰਦੀ ਕਰਕੇ ਬਰਾਤੀਆਂ ਨੂੰ ਨਹਾਉਣ ਲਈ ਗਰਮ ਪਾਣੀ ਦੇਣ ਖਾਤਰ ਧਰਮਸ਼ਾਲਾ ਕੋਲ ਭੱਠੀਆਂ ਬਾਲ ਦਿੱਤੀਆਂ ਸੀ। ਇਸ ਗੱਲ ਤੋਂ ਅਮਰੀਕ ਸਿੰਘ ਖੁਸ਼ ਤੇ ਹੈਰਾਨ ਹੋਇਆ ਕਿ ਕੁੜਮਾਂ ਨੇ ਉਸ ਦੇ ਮਨ ਦੀ ਗੱਲ ਕਿਵੇਂ ਬੁੱਝ ਲਈ। ਕਈ ਦਿਨ ਪਹਿਲਾਂ ਤੋਂ ਉਹ ਸੋਚ ਰਿਹਾ ਸੀ ਕਿ ਉਸ ਦਾ ਪੁੱਤਰ ਸਵੇਰੇ ਨਹਾ ਧੋ ਕੇ ਲਾਵਾਂ ਤੇ ਬੈਠੇ, ਪਰ ਡਰ ਵੀ ਕਿ ਠੰਡ ਵਿੱਚ ਉਹ ਨਹਾਉਣ ਤੋਂ ਨਾ ਕਰ ਦੇਵੇ। ਗਰਮ ਪਾਣੀ ਦੇ ਪ੍ਰਬੰਧ ਕਾਰਨ ਉਹ ਉਸ ਡਰ ਤੋਂ ਸੁਰਖਰੂ ਹੋ ਗਿਆ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਚੰਗੀ ਤਰ੍ਹਾਂ ਨਪੇੜੇ ਚੜੀਆਂ। ਕੁਦਰਤ ਨੇ ਵੀ ਸਾਥ ਦਿੱਤਾ।
2 ਕੁ ਦਿਨ ਪਹਿਲਾਂ ਛਾਏ ਬੱਦਲ ਵਿਆਹ ਵਾਲੇ ਦੋਵੇਂ ਦਿਨ ਗਾਇਬ ਹੋ ਗਏ। ਲੰਘੇ ਹਫ਼ਤੇ ਪੈਂਦੀ ਰਹੀ ਧੁੰਦ ਨੇ ਵੀ ਉਦੋਂ ਛੁੱਟੀ ਕਰ ਲਈ ਸੀ। ਵਿਦਾਈ ਵੇਲੇ ਗਮਗੀਨ ਹੋਏ ਮਾਹੌਲ ਵਿੱਚ ਧੀ ਨੂੰ ਜੱਫੀ ਵਿੱਚ ਘੁੱਟਦਿਆਂ ਮਾਂ ਨੇ ਸ਼ਿੰਦੋ ਨੂੰ ਆਪਣੀ ਉਹੀ ਗੱਲ 2 ਵਾਰ ਯਾਦ ਕਰਾਈ। ਦੇਖ ਧੀਏ, ਜਿਵੇਂ ਤੂੰ ਆਪਣੇ ਪਿਓ ਦੀ ਪੱਗ ਤੇ ਦਾਗ ਨਹੀਂ ਲੱਗਣ ਦਿੱਤਾ, ਉਂਝ ਹੀ ਆਪਣੇ ਘਰ ਜਾ ਕੇ ਖਾਨਦਾਨੀ ਪੱਗਾਂ ਦੇ ਤੁਰਲੇ ਹੋਰ ਉੱਚੇ ਕਰਨੇ ਨੇ। ਇਸ ਆਪਣੇ ਘਰ ਦੇ ਚੇਤੇ ਨੇ ਸ਼ਿੰਦੋ ਦੇ ਮਨ ਤੋਂ ਮਾਪਿਆਂ ਦੇ ਵਿਛੋੜੇ ਦੀ ਚੀਜ਼ ਨੂੰ ਕੁਝ ਘੱਟ ਕਰਨ ਦਾ ਕੰਮ ਕੀਤਾ। ਆਪਣੇ ਘਰ ਦਾ ਅਹਿਸਾਸ ਉਸ ਨੂੰ ਚੰਗਾ ਚੰਗਾ ਲੱਗਾ। ਉਸ ਦੇ ਦਿਮਾਗ ਵਿੱਚ ਆਪਣੇ ਘਰ ਦੇ ਬੁਣੇ ਸੁਪਨਿਆਂ ਵਾਲੀ ਰੀਲ ਚੱਲਣ ਲੱਗ ਪਈ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਅਤੇ ਆਪਣੇ ਘਰ ਨੂੰ ਸੰਵਾਰਨ ਦੀਆਂ ਤਰਕੀਬਾਂ ਦੀ ਤਾਣੇ ਬੁਣਦੇ ਹੋਏ ਸ਼ਿੰਦੋ ਸ਼ਿੰਗਾਰੀ ਹੋਈ ਡੋਲੀ ਵਿੱਚ ਜਾ ਬੈਠੀ। ਸਹੁਰੇ ਘਰ ਸ਼ਿੰਦੋ ਦੇ ਚਾਅ ਮਲਾਰਾਂ ਵਿੱਚ ਕਸਰ ਨਾ ਛੱਡੀ ਗਈ। ਘਰ ਦਾ ਕੋਨਾ-ਕੋਨਾ ਉਸ ਨੂੰ ਆਪਣਾ ਲੱਗਣ ਲੱਗ ਪਿਆ। ਘਰ ਦੀਆਂ ਮੱਝਾਂ ਗਾਵਾਂ ਨਾਲ ਉਸ ਨੂੰ ਆਪਣਿਆਂ ਵਰਗਾ ਮੋਹ ਜਾਗ ਆਇਆ। ਉਹ ਚੇਤੇ ਕਰਦੀ, ਬੀਬੀ ਠੀਕ ਹੀ ਤਾਂ ਕਹਿੰਦੀ ਹੁੰਦੀ ਸੀ ਕਿ ਮੇਰਾ ਆਪਣਾ ਘਰ ਹੋਊ। ਰੱਬ ਨੇ ਕਿੰਨਾ ਵਧੀਆ ਦਿੱਤਾ ਏ ਵਰ ਤੇ ਘਰ। ਆਪਣੀਆਂ ਵਿਆਹੀਆਂ ਸਹੇਲੀਆਂ ਵੱਲ ਝਾਤ ਮਾਰਦਿਆਂ ਸ਼ਿੰਦੋ ਆਪਣੇ ਆਪ ਨੂੰ ਵਡਭਾਗਨ ਸਮਝਦੀ। ਉਸ ਦਾ ਰੋਮ-ਰੋਮ ਰੱਬ ਦਾ ਸ਼ੁਕਰਾਨਾ ਕਰਦਾ। ਪਤੀ ਦਾ ਬਿਨਾਂ ਗੱਲੋਂ ਗੁੱਸੇ ਹੋਣਾ ਉਸ ਨੂੰ ਬੁਰਾ ਤਾਂ ਲੱਗਦਾ, ਪਰ ਨਾਲ ਹੀ ਉਸ ਨੂੰ ਕਿਤੋਂ ਪੜਿਆ ਯਾਦ ਆ ਜਾਂਦਾ ਕਿ ਜਿੱਥੇ ਫੁੱਲ ਹੋਣਗੇ ਉੱਥੇ ਰਾਖੀ ਲਈ ਥੋੜ੍ਹੇ ਕੰਡੇ ਜ਼ਰੂਰ ਹੁੰਦੇ ਨੇ। ਮਹੀਨਾ ਕੁ ਸਾਰਾ ਕੁਝ ਠੀਕ ਚੱਲਦਾ ਰਿਹਾ, ਪਰ ਜਿਵੇਂ-ਜਿਵੇਂ ਦਿਨ ਲੰਘਦੇ ਗਏ ਤਿਵੇਂ-ਤਿਵੇਂ ਸੱਸ ਦੇ ਚਾਅ ਰੋਹ ਵਿੱਚ ਵਧਣ ਲੱਗ ਪਏ। ਕਿਸੇ ਗਲਤੀ ਤੋਂ ਸ਼ਿੰਦੋ ਨੂੰ ਕੁਝ ਸੁਣਨਾ ਪੈ ਜਾਂਦਾ। ਬੇਵਜ੍ਹਾ ਟੋਕਾ ਟਾਕੀ ਕਾਰਨ ਉਸ ਦਾ ਮਨ ਪੀੜਿਆ ਜਾਂਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਵੇਖਾਂ ਝਾਕਦੀ ਤਾਂ ਐਂ ਆ ਜਿਵੇਂ ਘਰ ਦੀ ਮਾਲਕਣ ਹੋਵੇ। ਸੱਸ ਦੇ ਇਸ ਤਾਨੇ ਨੇ ਸ਼ਿੰਦੋ ਦਾ ਮਨ ਵਲੂੰਦਰ ਕਰਕੇ ਰੱਖ ਦਿੱਤਾ। ਅੰਦਰ ਵੜ ਕਈ ਘੰਟੇ ਰੋਂਦੀ ਰਹੀ ਤੇ ਰੱਬ ਨੂੰ ਸਵਾਲ ਕਰਦੀ ਰਹੀ, ਹੁਣ ਤਾਂ ਦੱਸ ਦੇ ਕਿ ਮੇਰਾ ਘਰ ਕਿਹੜਾ ਏ। ਰਾਤ ਪਈ ਤਾਂ ਸ਼ਿੰਦੋ ਨੇ ਦਿਨ ਵਾਲੀ ਗੱਲ ਪਤੀ ਨੂੰ ਦੱਸ ਕੇ ਪੁੱਛਿਆ, ਇਹ ਘਰ ਸਾਡਾ ਨਹੀਂ। ਬੀਬੀ ਨੇ ਗਲਤ ਤੇ ਕੁਝ ਨਹੀਂ ਕਿਹਾ। ਜਦ ਤੱਕ ਭਾਪੇ ਹੁਰੀ ਨੇ ਘਰ ਉਹਨਾਂ ਦਾ ਹੀ ਆ। ਪਤੀ ਦਾ ਜਵਾਬ ਸੁਣ ਸ਼ਿੰਦੋ ਨੂੰ ਲੱਗਿਆ ਜਿਵੇਂ ਬਰਫ਼ ਦੇ ਤੋਂਦੇ ਹੇਠ ਦੱਬ ਗਈ ਹੋਵੇ। ਕਾਫੀ ਦੇਰ ਤੱਕ ਉਸ ਦੇ ਮਨ ਵਿੱਚ ਸਵਾਲ ਜਵਾਬ ਦੀ ਜੰਗ ਛਿੜੀ ਰਹੀ। ਆਖਿਰ ਸਮਾਂ ਪਾ ਕੇ ਸ਼ਿੰਦੋ ਨੇ ਮਨ ਨਾਲ ਸਮਝੌਤਾ ਕਰ ਲਿਆ। ਉਹ ਇਹ ਸੋਚ ਕੇ ਘਰ ਵਿੱਚ ਸਮਾ ਗਈ ਕਿ ਕਦੇ ਤਾਂ ਘਰ ਦੀ ਮਾਲਕਣ ਬਣਾਂਗੀ। ਦਿਨ ਮਹੀਨੇ ਤੇ ਸਾਲ ਚੜ੍ਹਦੇ ਤੇ ਲੰਘਦੇ ਗਏ। ਕਈ ਔਖੇ ਦਿਨ ਵੀ ਆਏ, ਪਰ ਸ਼ਿੰਦੋ ਨੇ ਸਹਿਣਸ਼ੀਲਤਾ ਦਾ ਪੱਲਾ ਨਾ ਛੱਡਿਆ। ਪਤੀ ਦੀ ਲੋੜ ਨੂੰ ਉਹ ਉਸਦੇ ਚਿਹਰੇ ਤੋਂ ਹੀ ਬੁੱਝ ਲੈਂਦੀ। ਆਪਣੇ ਦੋਵੇਂ ਪੁੱਤਰਾਂ ਤੇ ਧੀ ਦੇ ਚਾਅ ਤੇ ਲੋੜਾਂ ਪੂਰੀਆਂ ਕਰਨ ਵਿੱਚ ਉਸਨੇ ਨਾ ਦਿਨ ਵੇਖਿਆ ਨਾ ਰਾਤ। ਤਿੰਨਾਂ ਦੇ ਵਿਆਹ ਪੂਰੇ ਚਾਵਾਂ ਨਾਲ ਕੀਤੇ। ਸਾਰੇ ਮੌਕਿਆਂ ਤੇ ਉਸਨੇ ਇੰਚ ਦੀ ਕੋਈ ਕਸਰ ਨਾ ਛੱਡੀ ਜਿਸ ਦਾ ਉਸਨੂੰ ਆਪਣੇ ਵਿਆਹ ਮੌਕੇ ਗਲਤੀ ਨਾਲ ਰਹਿ ਗਈ ਹੋਣ ਦਾ ਚੇਤਾ ਸੀ। ਛੋਟੇ ਦੇ ਵਿਆਹ ਨੂੰ ਅਜੇ ਸਾਲ ਕੁ ਹੀ ਹੋਇਆ ਸੀ। 6 ਮਹੀਨੇ ਦੇ ਫਰਕ ਨਾਲ ਸ਼ਿੰਦੋ ਦੇ ਸੱਸ ਸਹੁਰਾ ਉਮਰ ਭੋਗ ਕੇ ਤੁਰਦੇ ਬਣੇ। ਮਾਂ ਦੇ ਫੁੱਲ ਪਾ ਕੇ ਆਉਂਦਿਆਂ ਉਸਦੇ ਪਤੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਚੂਲਾ ਟੁੱਟ ਜਾਣ ਕਾਰਨ ਉਹ ਮੰਜੀ ਤੇ ਪੈ ਗਿਆ। ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਪੁੱਤਰਾਂ ਤੇ ਨੂੰਹਾਂ ਨੇ ਸੰਭਾਲ ਲਈ। ਪਤੀ ਦਾ ਇਲਾਜ ਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸ਼ਿੰਦੋ ਨੂੰ ਪੁੱਤਰਾਂ ਨੂੰਹਾਂ ਅੱਗੇ ਹੱਥ ਅੱਡਣਾ ਪੈਂਦਾ। ਸ਼ਿੰਦੋ ਦੀ ਧੀ ਦੇ ਘਰ 3 ਧੀਆਂ ਤੋਂ ਬਾਅਦ ਪੁੱਤਰ ਜੰਮਿਆ ਸੀ। ਨਾਨੀ ਨੇ ਸ਼ੂਸ਼ਕ ਲੈ ਕੇ ਜਾਣਾ ਸੀ। ਦੋਤੇ ਦਾ ਮੂੰਹ ਵੇਖਣ ਲਈ ਉਸਨੇ ਕਈ ਸਾਲ ਅਰਦਾਸਾਂ ਕੀਤੀਆਂ ਸੀ। ਕਿਹੜੀ ਥਾਂ ਸੀ ਜਿੱਥੇ ਉਸਨੇ ਕੋਈ ਮੰਨਤ ਨਹੀਂ ਸੀ ਮੰਨੀ। ਰੱਬ ਨੇ ਉਸਦੀ ਅਰਦਾਸ ਨੇੜੇ ਹੋ ਕੇ ਸੁਣ ਲਈ ਸੀ। ਹੁਣ ਉਹ ਆਪਣੇ ਮਨ ਦੇ ਚਾਅ ਪੂਰੇ ਕਰਨਾ ਚਾਹੁੰਦੀ ਸੀ। ਉਸਨੇ ਨੂੰਹਾਂ ਪੁੱਤਰਾਂ ਨੂੰ ਬਹਾ ਕੇ ਸ਼ੂਸ਼ਕ ਦੀ ਤਿਆਰੀ ਬਾਰੇ ਕਿਹਾ। ਦੋਤੇ ਲਈ ਸੋਨੇ ਦੇ ਕੜੇ ਵਾਲੀ ਗੱਲ ਸ਼ਿੰਦੋ ਦੇ ਮੂੰਹੋਂ ਨਿਕਲਦਿਆਂ ਹੀ ਵੱਡੀ ਨੂੰ ਭੜਕ ਪਈ, ਬੀਬੀ ਉੱਥੇ ਕੀ ਲੈ ਕੇ ਜਾਣਾ ਤੇ ਕੀ ਨਹੀਂ, ਇਹ ਤੂੰ ਸਾਨੂੰ ਨਾ ਸਮਝਾ। ਹੁਣ ਅਸੀਂ ਸੋਚਾਂਗੇ ਕੀ ਕਰਨਾ। ਇੱਥੇ ਸਾਡੀ ਮਰਜ਼ੀ ਚੱਲੂ ਹੁਣ। ਨਾਲੇ ਤੂੰ ਘਰ ਦੀ ਮਾਲਕਣ ਨਹੀਂ ਜੋ ਸਾਨੂੰ ਹੁਕਮ ਦੇਵੇਂਗੀ। ਸ਼ਿੰਦੋ ਨੂੰ ਲੱਗਿਆ ਜਿਵੇਂ ਕਿਸੇ ਨੇ ਪੱਥਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ ਹੋਵੇ। ਉਸਨੇ ਕੁਝ ਕਹਿਣਾ ਤਾਂ ਚਾਹਿਆ, ਪਰ ਗੱਲਾਂ ਕੁਝ ਕਹਿਣ ਤੋਂ ਜਵਾਬ ਦੇ ਗਿਆ। ਆਵਾਜ਼ ਅੰਦਰ ਦਬ ਕੇ ਰਹਿ ਗਈ। ਬਿਨਾਂ ਕੁਝ ਬੋਲੇ ਲਾਗਲੇ ਕਮਰੇ ਵਿੱਚ ਜਾ ਕੇ ਉਸਨੇ ਪਤੀ ਦੇ ਨਾਲ ਵਾਲੀ ਮੰਜੀ ਮੱਲ ਲਈ। ਉਸਨੂੰ ਕੁਝ ਨਹੀਂ ਸੀ ਸੁੱਝ ਰਿਹਾ। ਅੱਖਾਂ 'ਚੋਂ ਗਰਮ ਪਾਣੀ ਪਰਨਾਲੇ ਬਣ ਕੇ ਵਹਿਣ ਲੱਗਾ ਜੋ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ। ਕਈ ਘੰਟਿਆਂ ਬਾਅਦ ਉਹ ਆਪਣੇ ਆਪ ਵਿੱਚ ਆਈ। ਲਹਿੰਦੇ ਪਾਸੇ ਵਾਲੀ ਖਿੜਕੀ ਦੇ ਅੱਧ ਖੁੱਲ੍ਹੇ ਪੱਲੇ ਰਾਹੀਂ ਡੁੱਬਦੇ ਸੂਰਜ ਦੀ ਲਾਲਗੀ ਦਿਸਣ ਲੱਗ ਪਈ ਸੀ। ਮਨ ਨੂੰ ਤਕੜਾ ਜਿਹਾ ਕਰਕੇ ਉਹ ਉੱਠੀ। ਰਹਿਰਾਸ ਤੇ ਪਾਠ ਤੋਂ ਬਾਅਦ ਅਰਦਾਸ ਕਰਦਿਆਂ ਰੱਬ ਨੂੰ ਮੁਖਾਤਬ ਹੁੰਦਿਆਂ ਉਹ ਇੰਨਾ ਹੀ ਆਖ ਸਕੀ, ਹੇ ਸੱਚੇ ਪਾਤਸ਼ਾਹ,
ਕਈ ਸਾਲਾਂ ਤੋਂ ਤੂੰ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਘੇਸ ਮਾਰੀ ਹੋਈ ਆ। ਘੱਟੋ ਘੱਟ ਅੱਜ ਤਾਂ ਮੈਨੂੰ ਦੱਸ ਦੇ ਕਿ ਔਰਤ ਦਾ ਆਪਣਾ ਘਰ ਕਿਹੜਾ ਹੁੰਦਾ। ਅਚਾਨਕ ਅੰਦਰੋਂ ਧੜਮ ਦੀ ਆਵਾਜ਼ ਸੁਣ ਕੇ ਉਸਦੇ ਦੋਵੇਂ ਪੁੱਤਰ ਭੱਜ ਕੇ ਆਏ। ਉਹਨਾਂ ਮਾਂ ਨੂੰ ਚੁੱਕ ਮੰਜੇ ਤੇ ਪਾਇਆ, ਆਵਾਜ਼ਾਂ ਮਾਰੀਆਂ, ਕੋਈ ਜਵਾਬ ਨਹੀਂ। ਇੱਕ ਪੁੱਤ ਡਾਕਟਰ ਨੂੰ ਸੱਦਣ ਭੱਜ ਗਿਆ, ਦੂਜਾ ਉਸਦੇ ਪੈਰਾਂ ਦੀਆਂ ਤਲੀਆਂ ਚੱਸਣ ਲੱਗਾ। ਡਾਕਟਰ ਨੇ ਆ ਕੇ ਚੈੱਕ ਕੀਤਾ, ਸਰੀਰ ਠੰਡਾ ਹੋ ਰਿਹਾ ਸੀ, ਸਾਹ ਵੀ ਬੰਦ ਸੀ, ਨਬਜ਼ ਦੇਖੀ ਰੁਕ ਗਈ ਸੀ। ਆਪਣੇ ਸਵਾਲ ਦਾ ਜਵਾਬ ਲੈਣ ਲਈ ਸ਼ਿੰਦੋ ਖੁਦ ਰੱਬ ਦੇ ਦਰਬਾਰ ਪਹੁੰਚ ਗਈ ਸੀ। ਧੰਨਵਾਦ ਜੀ। ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਇਹੋ ਜਿਹੀਆਂ ਹੋਰ ਪਰਿਵਾਰਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ। ਧੰਨਵਾਦ ਜੀ।